Hello everyone. Today beta I am going to start next topic that is Ohm's law. I hope ਬੇਟਾ ਮੇਰੇ अर्लीयर ਲੈਕਚਰਸ ਤੁਸੀਂ ਸਾਰੇ ਦੇਖ ਲਏ ਹੋਣਗੇ। ਤਾਂ ਹੁਣ ਅੱਜ ਆਪਾਂ ਕਰਾਂਗੇ ਓਮਸ ਲੋ। ਓਮਸ ਲੋ ਬੇਟਾ ਇੱਕ ਜਾਰਜ ਸਿਮੋਨ ਓਮ ਜਰਮਨ ਫਿਜ਼ਿਸਟ ਸੀ ਬੇਟੇ, ਜਿਸ ਨੇ 1828 ਦੇ ਵਿੱਚ ਇੱਕ ਸਾਨੂੰ ਲਾਅ ਦਿੱਤਾ, ਇੱਕ ਲਾਅ ਨੂੰ ਇਸਟੈਬਲਿਸ਼ ਕੀਤਾ। ਉਸ ਲਾਅ ਦੇ ਵਿੱਚ ਉਸਨੇ ਕਰੰਟ ਔਰ ਪੋਟੈਂਸ਼ੀਅਲ ਡਿਫਰੈਂਸ ਦਾ ਰਿਲੇਸ਼ਨ ਦਿੱਤਾ। ਉਸ ਲਾਅ ਨੂੰ ਆਪਾਂ ਕੀ ਬੋਲਦੇ ਹਾਂ ਰਾਜੇ? ਓਮਸ ਲਾਅ ਬੋਲਦੇ ਹਾਂ। ਇਸ ਓਮਸ ਲਾਅ ਦੇ ਅਕੋਰਡਿੰਗ ਉਸਨੇ ਸਾਨੂੰ ਕੀ ਦਿੱਤਾ ਕਿ ਅਗਰ ਤੁਸੀਂ ਇੱਕ ਕੰਡਕਟਰ ਨੂੰ ਕੰਸੀਡਰ ਕਰਦੇ ਹੋ, ਕੰਡਕਟਰ ਦੇ ਉੱਤੇ ਪੋਟੈਂਸ਼ੀਅਲ ਡਿਫਰੈਂਸ ਅਗਰ ਆਪਾਂ ਅਪਲਾਈ ਕਰਦੇ ਹਾਂ ਤਾਂ ਉਹਦੇ ਕੋਰਸਪੋਂਡਿੰਗ ਬੇਟਾ ਜੋ ਕਰੰਟ ਹੈ ਕੰਡਕਟਰ ਦੇ ਵਿੱਚ ਫਲੋ ਕਰੂਗਾ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ। ਬਟ ਉਸਨੇ ਨਾਲ ਇੱਕ ਹੋਰ ਕੰਡੀਸ਼ਨ ਦੇ ਦਿੱਤੀ ਬੇਟਾ, ਪ੍ਰੋਵਾਈਡਡ ਦ ਫਿਜ਼ੀਕਲ ਕੰਡੀਸ਼ਨਸ ਲਾਈਕ ਟੈਂਪਰੇਚਰ, ਪ੍ਰੈਸ਼ਰ ਐਟਸੈਟਰਾ ਰਿਮੇਨਸ ਅਨਚੇਂਜਡ। ਬੇਟੇ ਉਹਨੇ ਦੱਸਿਆ ਕਿ ਜਿਹੜਾ ਕਰੰਟ ਹੈ ਫਲੋਇੰਗ ਥਰੂ ਆ ਕੰਡਕਟਰ ਉਹ ਡਾਇਰੈਕਟਲੀ ਪ੍ਰਪੋਰਸ਼ਨਲ ਹੈ ਪੋਟੈਂਸ਼ੀਅਲ ਡਿਫਰੈਂਸ ਦੇ। ਬਟ ਨਾਲ ਉਸਨੇ ਇੱਕ ਬੇਟਾ ਹੋਰ ਆਪਾਂ ਨੂੰ ਕੰਡੀਸ਼ਨ ਪ੍ਰੋਵਾਈਡ ਕਰਤੀ ਕਿ ਜਿਹੜੀਆਂ ਫਿਜ਼ੀਕਲ ਕੰਡੀਸ਼ਨਸ ਨੇ ਲਾਈਕ ਟੈਂਪਰੇਚਰ ਹੋ ਗਿਆ, ਪ੍ਰੈਸ਼ਰ ਹੋ ਗਿਆ, ਉਹ ਕੀ ਹੋਣੀਆਂ ਚਾਹੀਦੀਆਂ ਨੇ? ਰਿਮੇਨਸ ਅਨਚੇਂਜਡ ਹੋਣੀਆਂ ਚਾਹੀਦੀਆਂ ਨੇ। ਉਹਨਾਂ ਦਾ ਜਿਹੜੀ ਵੈਲਿਊ ਹੈ ਬੇਟੇ ਇੱਕ ਵੈਲਿਊ ਦੇ ਉੱਤੇ ਹੀ ਇਹ ਸਾਰਾ ਕੁਝ ਜਿਹੜਾ ਉਹ ਪੋਸੀਬਲ ਹੋਗਾ। ਤਾਂ ਅਕੋਰਡਿੰਗ ਟੂ ਦਿਸ ਲਾਅ ਬੇਟੇ ਵੀ ਡਾਇਰੈਕਟਲੀ ਪ੍ਰਪੋਰਸ਼ਨਲ ਟੂ ਆਈ। ਜਿਵੇਂ ਜਿਵੇਂ ਬੇਟਾ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਅਪਲਾਈ ਕਰਾਂਗੇ ਉਹਦੇ ਕੋਰਸਪੋਂਡਿੰਗ ਸਾਡੇ ਕੋਲ ਕਰੰਟ ਕੀ ਆਊਗਾ ਬੇਟੇ? ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗਾ, ਉਸ ਦੀ ਵੈਲਿਊ ਵੀ ਵੱਧਦੀ ਜਾਊਗੀ ਅਕਰੋਸ ਦ ਐਂਡਸ ਆਫ ਅ ਕੰਡਕਟਰ। ਤਾਂ ਰਾਜੇ ਹੁਣ ਇਹ ਕੀ ਹੈ? ਪ੍ਰਪੋਰਸ਼ਨਲ ਹੈ। ਇਸ ਪ੍ਰਪੋਰਸ਼ਨਲ ਨੂੰ ਹਟਾ ਕੇ ਬੇਟਾ ਆਪਾਂ ਇੱਕ ਕੌਨਸਟੈਂਟ ਲਗਾਉਂਦੇ ਹਾਂ। ਉਹ ਕੌਨਸਟੈਂਟ ਇੱਥੇ ਕੀ ਹੈ ਰਾਜੇ? ਆਰ ਹੈ। ਆਰ ਇਜ਼ ਅ ਕੌਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ ਐਂਡ ਆਲਸੋ ਨੋਨ ਐਜ਼ ਅ ਰੈਜ਼ਿਸਟੈਂਸ। ਤਾਂ ਇੱਥੇ ਕੀ ਹੈ ਬੇਟੇ? ਆਪਾਂ ਰੈਜ਼ਿਸਟੈਂਸ ਹੈ ਜਿਹੜਾ ਉਹ ਇੱਕ ਕੌਨਸਟੈਂਟ ਲੈ ਲਿਆ ਜਿਹੜਾ ਕਿ ਪ੍ਰਪੋਰਸ਼ਨਲ ਨੂੰ ਹਟਾ ਕੇ ਲਗਾਇਆ ਸੀ। ਬਟ ਇਸ ਰੈਜ਼ਿਸਟੈਂਸ ਬਾਰੇ ਆਪਾਂ ਅੱਗੇ ਵਾਲੇ ਲੈਕਚਰਸ ਦੇ ਵਿੱਚ ਡਿਸਕਸ ਕਰਾਂਗੇ। ਨਾਓ ਨੈਕਸਟ ਇਜ਼ ਬੇਟਾ ਵੀ ਆਈ ਕਰੈਕਟਰਿਸਟਿਕਸ। ਹੁਣ ਰਾਜੇ ਵੀ ਆਈ ਕਰੈਕਟਰਿਸਟਿਕਸ, ਸਭ ਤੋਂ ਪਹਿਲਾਂ ਮੈਂ ਤੁਹਾਨੂੰ ਵਰਡ ਕਰੈਕਟਰਿਸਟਿਕਸ ਦਾ ਮਤਲਬ ਦੱਸਦੀ ਹਾਂ। ਕਰੈਕਟਰਿਸਟਿਕਸ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਬੇਟਾ? ਜੋ ਕਰੈਕਟਰਿਸਟਿਕ ਹੈ ਉਹ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੁੰਦੀ ਹੈ ਕਿਸੇ ਵੀ ਦੋ ਕੁਆਂਟੀਟੀਜ਼ ਦੇ ਵਿੱਚ। ਤਾਂ ਉਸ ਨੂੰ ਆਪਾਂ ਕੀ ਬੋਲਦੇ ਹਾਂ ਕਿ ਉਹ ਦੋ ਕੁਆਂਟੀਟੀਜ਼ ਨੂੰ ਯੂਜ਼ ਕਰਕੇ ਕੀ ਇਹਦੀਆਂ ਕਰੈਕਟਰਿਸਟਿਕਸ ਨੇ। ਲਾਈਕ ਹੁਣ ਜਿਵੇਂ ਇੱਥੇ ਬੇਟਾ ਵੀ ਆਈ ਕਰੈਕਟਰਿਸਟਿਕ ਹੈ, ਇਟ ਮੀਨਸ ਹੇਅਰ ਵੀ ਆਰ ਐਸੋਸੀਏਟਡ ਬੇਟਾ ਵਿਦ ਦ ਟੂ ਕੁਆਂਟੀਟੀਜ਼ ਦੈਟ ਇਜ਼ ਵੀ ਔਰ ਆਈ। ਤਾਂ ਇਟ ਮੀਨਸ ਇੱਥੇ ਜਿਹੜੀ ਗ੍ਰਾਫਿਕਲ ਰਿਪਰੈਜ਼ੈਂਟੇਸ਼ਨ ਹੈ ਬੇਟੇ ਉਹ ਕਿਹੜੀਆਂ ਕੁਆਂਟੀਟੀਜ਼ ਦੀ ਹੋਊਗੀ? ਵੀ ਔਰ ਆਈ ਦੀ ਹੋਊਗੀ। ਤਾਂ ਹੁਣ ਅਕੋਰਡਿੰਗ ਟੂ ਦਿਸ ਬੇਟਾ ਓਮਸ ਲੋ ਜੋ ਕਰੈਕਟਰਿਸਟਿਕ ਹੈ ਵੀ ਆਈ ਕਰੈਕਟਰਿਸਟਿਕ ਹੈ ਤੁਹਾਡੀ, ਉਹ ਕੀ ਹੈ ਰਾਜੇ? ਉਸਨੇ ਇਸ ਟਾਈਪ ਦੇ ਨਾਲ ਸ਼ੋਅ ਕੀਤੀ ਕਿ ਅਗਰ ਤੁਸੀਂ ਕੀ ਕਰਦੇ ਹੋ ਵੀ ਔਰ ਆਈ ਦੇ ਵਿੱਚ ਬੇਟਾ ਗ੍ਰਾਫ ਨੂੰ ਪਲੋਟ ਕਰਦੇ ਹੋ ਤਾਂ ਇਹ ਇੱਕ ਸਾਨੂੰ ਸਟ੍ਰੇਟ ਲਾਈਨ ਦਿੰਦੀ ਹੈ। that is a VI characteristic according to the Ohm's law. Similarly ਬੇਟਾ IV characteristic, ਹੁਣ ਇਹਦੇ ਵਿੱਚ ਕੀ ਹੈ ਰਾਜੇ? ਜੋ ਲੈਟਰ ਬੇਟਾ ਆਪਾਂ ਪਹਿਲਾਂ ਲਵਾਂਗੇ ਉਸ ਨੂੰ ਆਪਾਂ ਕੀ ਲੈਣਾ? ਅਲੋਂਗ ਵਾਈ ਐਕਸਿਸ ਲੈਣਾ। ਤਾਂ ਲਾਸਟ ਵਾਲੇ ਦੇ ਵਿੱਚ ਕੀ ਸੀ ਬੇਟੇ? VI characteristic ਸੀ। ਤਾਂ V ਸਭ ਤੋਂ ਪਹਿਲਾਂ ਇਹ ਸੀ, ਉਸ ਨੂੰ ਆਪਾਂ ਕੀ ਲੈਣਾ ਬੇਟੇ? ਅਲੋਂਗ ਵਾਈ ਐਕਸਿਸ। ਸਿਮਿਲਰਲੀ ਬੇਟਾ ਇਨ ਦਿਸ ਗ੍ਰਾਫ IV, I ਕੀ ਆ ਰਿਹਾ ਬੇਟੇ? ਫਸਟ ਤੇ ਆ ਰਿਹਾ। ਇਟ ਮੀਨਸ I ਨੂੰ ਆਪਾਂ ਕਿੱਧਰ ਲਵਾਂਗੇ ਰਾਜੇ? ਵਾਈ ਐਕਸਿਸ ਦੇ ਅਲੋਂਗ ਲਵਾਂਗੇ। ਆਲਸੋ ਦਿਸ ਗ੍ਰਾਫ ਗਿਵਜ਼ ਅ ਸਟ੍ਰੇਟ ਲਾਈਨ। ਬੇਟੇ ਇੱਥੇ ਇੱਕ ਚੀਜ਼ ਹੋਰ ਸਮਝਣ ਵਾਲੀ ਹੈ, ਜਨਰਲੀ ਜਿਹੜੇ ਗ੍ਰਾਫਸ ਹੁੰਦੇ ਨੇ ਬੇਟਾ ਉਹਨਾਂ ਦੀਆਂ ਜਿਹੜੀਆਂ ਕੁਆਂਟੀਟੀਜ਼ ਨੇ ਸਮਟਾਈਮਸ ਸਾਨੂੰ ਪਤਾ ਨਹੀਂ ਲੱਗਦਾ ਕਿ ਕਿਸ ਕੁਆਂਟੀਟੀ ਨੂੰ ਤੁਸੀਂ ਐਕਸ ਐਕਸਿਸ ਦੇ ਅਲੋਂਗ ਲੈਣਾ ਔਰ ਕਿਸ ਕੁਆਂਟੀਟੀ ਨੂੰ ਤੁਸੀਂ ਵਾਈ ਐਕਸਿਸ ਦੇ ਅਲੋਂਗ ਲੈਣਾ। ਤਾਂ ਇਸ ਦਾ ਬੇਟਾ ਇੱਕ ਫੰਡਾ ਹੁੰਦਾ ਕਿ ਆਲਵੇਜ਼ ਜਿਹੜੀਆਂ ਕੁਆਂਟੀਟੀਜ਼ ਅਲੋਂਗ ਐਕਸ ਐਕਸਿਸ ਆਪਾਂ ਲੈਂਦੇ ਹਾਂ ਉਹ ਕੀ ਹੁੰਦੀਆਂ ਨੇ? ਇੰਡੀਪੈਂਡੈਂਟ ਹੁੰਦੀਆਂ ਨੇ। ਜਿਹੜੀ ਵੀ ਕੁਆਂਟੀਟੀ ਬੇਟੇ ਇੰਡੀਪੈਂਡੈਂਟ ਹੋਊਗੀ ਉਸ ਨੂੰ ਤੁਸੀਂ ਕੀ ਲਓਗੇ? ਅਲੋਂਗ ਐਕਸ ਐਕਸਿਸ ਲਓਗੇ। ਲਾਈਕ ਅਗਰ ਆਪਾਂ ਇਸ ਗ੍ਰਾਫ ਦੀ ਗੱਲ ਕਰਦੇ ਹਾਂ ਰਾਜੇ, ਇਸ ਗ੍ਰਾਫ ਦੇ ਵਿੱਚ V ਹੈ ਜਿਹੜਾ ਅਲੋਂਗ ਐਕਸ ਐਕਸਿਸ ਹੈ। ਤਾਂ ਅਲੋਂਗ ਐਕਸ ਐਕਸਿਸ ਦਾ ਕੀ ਮਤਲਬ ਹੈ ਰਾਜੇ? ਇਹ ਕੁਆਂਟੀਟੀ ਕੀ ਹੈ? ਇੰਡੀਪੈਂਡੈਂਟ ਹੈ। ਇੰਡੀਪੈਂਡੈਂਟ ਬੇਟਾ ਕਿਸ ਮੈਨਰ ਦੇ ਵਿੱਚ? ਹੁਣ ਦੇਖੋ ਅਗਰ ਤੁਸੀਂ ਕਿਸੇ ਵੀ ਕੰਡਕਟਰ ਦੇ ਅਕਰੋਸ ਐਂਡਸ ਦੇ ਅਕਰੋਸ ਪੋਟੈਂਸ਼ੀਅਲ ਡਿਫਰੈਂਸ ਅਪਲਾਈ ਕਰਦੇ ਹੋ ਦੈਨ ਓਨਲੀ ਬੇਟਾ ਕਰੰਟ ਵਿਲ ਫਲੋ, ਤਾਂ ਹੀ ਕਰੰਟ ਫਲੋ ਕਰੂਗਾ। ਇਹ ਤਾਂ ਨਹੀਂ ਹੈਗਾ ਕਿ ਕਰੰਟ ਨੂੰ ਤੁਸੀਂ ਫਲੋ ਕਰਵਾਤਾ ਤਾਂ ਪੋਟੈਂਸ਼ੀਅਲ ਡਿਫਰੈਂਸ ਕੀ ਹੋ ਜਾਊਗਾ? ਆਪਣੇ ਆਪ ਕ੍ਰੀਏਟ ਹੋ ਜਾਊਗਾ। ਕਿਉਂਕਿ ਆਪਾਂ ਨੂੰ ਪਤਾ ਰਾਜੇ ਅਗਰ ਪੋਟੈਂਸ਼ੀਅਲ ਡਿਫਰੈਂਸ ਆਪਾਂ ਅਪਲਾਈ ਕਰਾਂਗੇ ਦੈਨ ਸਾਡਾ ਜਿਹੜਾ ਕਰੰਟ ਹੈ ਉਹ ਫਲੋ ਕਰੂਗਾ। ਤਾਂ V ਕੀ ਹੋਇਆ? ਇੰਡੀਪੈਂਡੈਂਟ ਹੋਇਆ। ਤਾਂ V ਨੂੰ ਆਪਾਂ ਕੀ ਲਵਾਂਗੇ ਰਾਜੇ? ਅਲੋਂਗ ਐਕਸ ਐਕਸਿਸ ਲਵਾਂਗੇ। ਤਾਂ ਜਨਰਲੀ ਜਿਹੜੇ ਗ੍ਰਾਫਸ ਨੇ ਬੇਟਾ ਉਹਨਾਂ ਦੇ ਵਿੱਚ ਇੰਡੀਪੈਂਡੈਂਟ ਕੁਆਂਟੀਟੀਜ਼ ਆਲਵੇਜ਼ ਟੇਕਨ ਅਲੋਂਗ ਦ ਐਕਸ ਐਕਸਿਸ। ਹੁਣ ਇੱਥੇ ਕੀ ਹੈ ਬੇਟੇ? ਦੋ ਕਰੈਕਟਰਿਸਟਿਕਸ ਸਾਨੂੰ ਦੇਤੀਆਂ I ਔਰ V ਔਰ V ਔਰ I, ਕਿਉਂਕਿ ਬੇਟਾ ਇਸ ਓਮਸ ਲੋ ਦੇ ਵਿੱਚ ਕੀ ਹੈ? ਦੋਨਾਂ ਦਾ ਜਿਹੜਾ ਰਿਲੇਸ਼ਨ ਹੈ ਉਹ ਕੀ ਹੈ? ਪ੍ਰਪੋਰਸ਼ਨਲ ਹੈ। ਤਾਂ ਆਲਵੇਜ਼ ਜਿਹੜੀ ਮਰਜ਼ੀ ਕੁਆਂਟੀਟੀ ਨੂੰ ਤੁਸੀਂ ਐਕਸ ਐਕਸਿਸ ਲੈ ਲਓ, ਵਾਈ ਦੇ ਲੈ ਲਓ, ਤਾਂ ਉਹਦਾ ਕੀ ਹੈ? ਆਲਵੇਜ਼ ਉਹਨੂੰ ਗ੍ਰਾਫ ਹੈ ਜਿਹੜਾ ਉਹ ਸਲੋਪ ਹੈ ਸਟ੍ਰੇਟ ਲਾਈਨ ਐਵੇਂ ਹੀ ਪ੍ਰੋਵਾਈਡ ਕਰੂਗਾ।
ਬਟ ਇਹਦਾ ਬੇਟੇ ਆਈ ਵੀ ਔਰ ਵੀ ਆਈ ਗ੍ਰਾਫਸ ਦੇ ਵਿੱਚ ਕੁਛ ਫਰਕ ਹੈ। ਉਹਨਾਂ ਦੇ ਅੱਗੇ ਮੈਂ ਤੁਹਾਨੂੰ ਦੱਸਦੀ ਹਾਂ ਕਿਵੇਂ ਇਹਨਾਂ ਦੋਨਾਂ ਦੀਆਂ ਚੀਜ਼ਾਂ ਦੇ ਵਿੱਚ ਫਰਕ ਹੈ ਬੇਟਾ। ਨੈਕਸਟ ਕੀ ਹੈ ਜੀ, ਡਿਟਰਮੀਨੇਸ਼ਨ ਆਫ ਰੈਜ਼ਿਸਟੈਂਸ ਆਫ ਅ ਕੰਡਕਟਰ ਯੂਜ਼ਿੰਗ ਵੀ ਆਈ ਔਰ ਆਈ ਵੀ ਕਰੈਕਟਰਿਸਟਿਕਸ। ਹੁਣ ਰਾਜੇ ਇਹ ਜਿਹੜੇ ਗ੍ਰਾਫ ਸਾਨੂੰ ਦਿੱਤੇ ਹੋਏ ਨੇ ਇਹਨਾਂ ਦੇ ਉੱਤੋਂ ਅਸੀਂ ਆਪਾਂ ਕੀ ਫਾਈਂਡ ਆਊਟ ਕਰ ਸਕਦੇ ਹਾਂ, ਰੈਜ਼ਿਸਟੈਂਸ ਫਾਈਂਡ ਆਊਟ ਕਰ ਸਕਦੇ ਹਾਂ। ਠੀਕ ਹੈ, ਉਹ ਕਿਵੇਂ ਕਰਦੇ ਹਾਂ ਉਹ ਆਪਾਂ ਅੱਗੇ ਡਿਸਕਸ ਕਰਦੇ ਹਾਂ। ਹੁਣ ਬੇਟਾ ਜਿਹੜਾ ਸਲੋਪ ਆਫ ਵੀ ਆਈ ਗ੍ਰਾਫ ਸੀਗਾ, ਠੀਕ ਹੈ, ਸਲੋਪ ਕੀ ਹੁੰਦਾ ਰਾਜੇ, ਆਹ ਸਟ੍ਰੇਟ ਲਾਈਨ ਹੈ, ਇਹ ਸਟ੍ਰੇਟ ਲਾਈਨ ਕੀ ਦੇ ਰਹੀ ਹੈ ਸਾਨੂੰ, ਸਲੋਪ ਦੇ ਰਹੀ ਹੈ। ਠੀਕ ਹੈ, ਵੀ ਆਈ ਗ੍ਰਾਫ ਦੇ ਵਿੱਚ ਕੀ ਹੈ ਬੇਟੇ, ਸਲੋਪ ਹੈ ਇਕੁਅਲਸ ਟੂ ਕਿਹਦੇ ਹੁੰਦਾ, ਵੀ ਬਾਈ ਆਈ ਦੇ ਹੁੰਦਾ ਹੈ। ਠੀਕ, ਔਰ ਅਕੋਰਡਿੰਗ ਟੂ ਓਮਸ ਲੋ ਬੇਟੇ ਵੀ ਬਾਈ ਆਈ ਕਿਸ ਦੇ ਇਕੁਅਲ ਹੁੰਦਾ, ਆਰ ਦੇ ਹੁੰਦਾ ਹੈ। ਇਟ ਮੀਨਸ ਬੇਟੇ ਜਿਹੜੀ ਵੀ ਆਈ ਗ੍ਰਾਫ ਦੇ ਵਿੱਚ ਰੈਜ਼ਿਸਟੈਂਸ ਹੈ ਉਹ ਇਕੁਅਲ ਹੁੰਦੀ ਹੈ ਸਲੋਪ ਆਫ ਵੀ ਆਈ ਗ੍ਰਾਫ। ਠੀਕ ਹੈ, ਹਾਇਰ is the slope of VI graph, higher is the resistance and vice versa। ਬੇਟੇ ਇਹਦਾ ਮਤਲਬ ਕੀ ਹੋ ਗਿਆ, ਇਕੁਅਲ ਦਾ ਕੀ ਮਤਲਬ ਹੋ ਗਿਆ ਕਿ ਦੋਨੋਂ ਕੀ ਨੇ ਰਾਜੇ, ਪ੍ਰਪੋਰਸ਼ਨਲ। ਸਲੋਪ ਕਿਹਦੇ ਪ੍ਰਪੋਰਸ਼ਨਲ ਆ ਰਿਹਾ, ਡਾਇਰੈਕਟਲੀ ਪ੍ਰਪੋਰਸ਼ਨਲ ਆ ਰਿਹਾ ਰੈਜ਼ਿਸਟੈਂਸ ਆਰ ਦੇ। ਇਟ ਮੀਨਸ ਅਗਰ ਤੁਹਾਨੂੰ VI ਗ੍ਰਾਫ ਦਿੱਤਾ ਹੋਇਆ ਰਾਜੇ ਉਸ ਦੇ ਵਿੱਚ ਰੈਜ਼ਿਸਟੈਂਸ, ਦੋ ਰੈਜ਼ਿਸਟੈਂਸ ਨੂੰ ਕੰਪੇਅਰ ਕੀਤਾ ਹੋਇਆ ਹੈ, ਤਾਂ ਜਿਹੜਾ ਸਲੋਪ ਬੇਟਾ ਹਾਈ ਹੋਊਗਾ ਇਟ ਮੀਨਸ ਉਸ ਦੀ ਰੈਜ਼ਿਸਟੈਂਸ ਕੀ ਹੋਊਗੀ, ਜ਼ਿਆਦਾ ਹੋਊਗੀ। ਅਗਰ ਛੋਟਾ ਹੈ ਤਾਂ ਬੇਟੇ ਉਸ ਦੀ ਵੈਲਿਊ ਕੀ ਹੋਊਗੀ, ਰੈਜ਼ਿਸਟੈਂਸ ਦੀ ਘੱਟ ਹੋਊਗੀ। ਨਾਓ ਇਨ ਦ ਨੈਕਸਟ ਕੇਸ ਬੇਟੇ ਸਲੋਪ ਆਫ ਆਈ ਵੀ ਗ੍ਰਾਫ। ਬੇਟੇ ਜਿਹੜਾ ਸਲੋਪ ਹੁੰਦਾ ਨਾ ਉਸ ਨੂੰ ਕਿਵੇਂ ਫਾਈਂਡ ਆਊਟ ਕਰਦੇ ਹੋ, ਵਾਈ ਦਾ ਕੰਪੋਨੈਂਟ ਬਾਈ ਐਕਸ ਦਾ ਕੰਪੋਨੈਂਟ। ਇਸ ਟਾਈਪ ਦੇ ਨਾਲ ਇਸ ਸਲੋਪ ਨੂੰ ਆਪਾਂ ਫਾਈਂਡ ਕਰਦੇ ਹਾਂ। ਤਾਂ ਵਾਈ ਦਾ ਕੰਪੋਨੈਂਟ ਕੀ ਹੈ ਬੇਟੇ, ਆਈ ਹੋ ਗਿਆ, ਐਕਸ ਐਕਸਿਸ ਤੇ ਵੀ ਹੋ ਗਿਆ। ਇਸ ਨੂੰ ਬੇਟੇ ਆਪਾਂ 1 ਬਾਈ ਕਰਕੇ ਇਸ ਤਰ੍ਹਾਂ ਲਿਖ ਸਕਦੇ ਹਾਂ। ਵੀ ਬਾਈ ਆਈ ਕੀ ਹੁੰਦਾ ਰਾਜੇ, ਆਰ ਹੁੰਦਾ, ਤਾਂ 1 ਬਾਈ ਆਰ ਹੋ ਗਿਆ। ਆਰ ਨੂੰ ਰਾਜੇ ਉੱਧਰ ਲੈ ਜਾਓ, ਸਲੋਪ ਇੱਧਰ ਆ ਜਾਊਗਾ। ਇਟ ਮੀਨਸ ਇਨ ਦਾ ਆਈ ਵੀ ਗ੍ਰਾਫ ਬੇਟੇ ਜਿਹੜਾ ਰੈਜ਼ਿਸਟੈਂਸ ਔਰ ਸਲੋਪ ਦਾ ਰਿਲੇਸ਼ਨ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ। ਹਾਇਰ ਦਾ ਸਲੋਪ ਆਫ ਆਈ ਵੀ ਗ੍ਰਾਫ ਐਂਡ ਸਮੋਲਰ ਦਾ ਰੈਜ਼ਿਸਟੈਂਸ। ਤਾਂ ਦੇਖੋ ਬੇਟੇ ਇੱਧਰ ਉੱਪਰ ਹੈ ਇੱਧਰ ਨੀਚੇ ਹੈ, ਤਾਂ ਇਨਵਰਸਲੀ ਪ੍ਰਪੋਰਸ਼ਨਲ ਹੋ ਗਿਆ। ਤਾਂ ਜੇ ਆਈ ਵੀ ਗ੍ਰਾਫ ਦਿੱਤਾ ਹੈ ਬੇਟੇ ਜਿਸ ਦਾ ਗ੍ਰਾਫ ਜ਼ਿਆਦਾ ਹੋਊਗਾ ਉਹਦੀ ਰੈਜ਼ਿਸਟੈਂਸ ਕੀ ਹੋਊਗੀ, ਘੱਟ ਹੋਊਗੀ। ਹੁਣ ਇਸ ਦੇ ਬੇਸਡ ਬੇਟਾ ਇੱਕ ਕਨਸੈਪਚੁਅਲ ਪ੍ਰੋਬਲਮ ਹੈ ਜਿਸ ਦੇ ਵਿੱਚ ਆਪਾਂ ਕੀ ਫਾਈਂਡ ਆਊਟ ਕਰਨਾ ਹੈ, ਦੇਖਦੇ ਹਾਂ ਆਪਾਂ ਕੀ ਫਾਈਂਡ ਕਰਨਾ ਹੈ। ਵੀ ਆਈ ਗ੍ਰਾਫ ਔਰ ਆਈ ਵੀ ਗ੍ਰਾਫ ਫॉर टू कंडक्टर्स A एंड B आर शोन इन फिगर। ਬੇਟੇ ਆਪਾਂ ਨੂੰ ਦੋ ਗ੍ਰਾਫਸ ਦਿੱਤੇ ਹੋਏ ਨੇ A ਤੇ B ਦੇ, ਇੱਕ ਵੀ ਆਈ ਦੇ ਵਿੱਚ ਹੈ ਦੂਜਾ ਆਈ ਵੀ ਦੇ ਵਿੱਚ ਹੈ। ਤਾਂ ਆਪਾਂ ਦੱਸਣਾ ਵਿਚ ਆਫ ਕੰਡਕਟਰ ਹੈਜ਼ ਮੋਰ ਰੈਜ਼ਿਸਟੈਂਸ। A ਤੇ B ਦੋ ਕੰਡਕਟਰਸ ਨੇ ਬੇਟੇ, ਦੋਨਾਂ ਦੇ ਵਿੱਚ ਆਪਾਂ ਆਨਸਰ ਦੱਸਣਾ ਰੈਜ਼ਿਸਟੈਂਸ ਦਾ ਕਿ ਕਿਸ ਦੀ ਜ਼ਿਆਦਾ ਰੈਜ਼ਿਸਟੈਂਸ ਹੋਊਗੀ। ਹੁਣ ਸਭ ਤੋਂ ਪਹਿਲਾਂ ਸਾਡਾ ਟਾਸਕ ਕੀ ਹੋਊਗਾ ਬੇਟੇ, ਫਸਟਲੀ ਵੀ ਵਿਲ ਚੈੱਕ ਕਿ ਗ੍ਰਾਫ ਕਿਸ ਦੇ ਵਿੱਚ ਹੈ, ਵੀ ਆਈ ਦੇ ਵਿੱਚ ਹੈ, ਆਈ ਵੀ ਦੇ। ਹੁਣ ਫਸਟ ਗ੍ਰਾਫ ਕੀ ਹੈ ਬੇਟੇ, ਵੀ ਔਰ ਆਈ ਦੇ ਵਿੱਚ ਹੈ। ਤਾਂ ਆਪਾਂ ਅਰਲੀਅਰ ਆਪਾਂ ਕੀ ਕਰ ਲਿਆ ਕਿ ਵੀ ਆਈ ਗ੍ਰਾਫ ਦੇ ਵਿੱਚ ਰੈਜ਼ਿਸਟੈਂਸ ਦਾ ਰਿਲੇਸ਼ਨ ਕੀ ਹੈ ਬੇਟੇ, ਪ੍ਰਪੋਰਸ਼ਨਲ ਹੈ। ਇਹਦਾ ਮਤਲਬ ਜਿਸ ਕੰਡਕਟਰ ਦਾ ਬੇਟਾ ਸਲੋਪ ਹਾਈ ਹੋਊਗਾ ਉਸ ਦੀ ਰੈਜ਼ਿਸਟੈਂਸ ਕੀ ਹੋਊਗੀ, ਹਾਈ ਹੋਊਗੀ। ਤਾਂ ਹੁਣ ਦੇਖੋ ਬੇਟੇ B ਜਿਹੜਾ ਕੰਡਕਟਰ ਹੈ ਉਸ ਦਾ ਸਲੋਪ ਕੀ ਹੈ, ਹਾਇਰ ਹੈ ਕੰਪੈरेटिवली टू A। इट मीन्स कंडक्टर B हैविंग मोर रेजिस्टेंस। नाउ बेटा आई वी ग्राफ ਦੇ ਵਿੱਚ ਕੀ ਸੀ ਬੇਟਾ, ਇਨਵਰਸਲੀ ਪ੍ਰਪੋਰਸ਼ਨਲ। ਜਿਸ ਦਾ ਸਲੋਪ ਜ਼ਿਆਦਾ ਹੋਊਗਾ ਉਸ ਦੀ ਰੈਜ਼ਿਸਟੈਂਸ ਘੱਟ ਹੋਊਗੀ। ਤਾਂ ਇਟ ਮੀਨਸ ਇਹ ਵਾਲਾ ਸਲੋਪ ਕੀ ਹੈ ਬੇਟੇ, ਇਸ ਦੀ ਵੈਲਿਊ ਕੀ ਹੈ, ਇਹਦੇ ਕੰਪੈरेटिवली ਨੀਚੇ ਹੈ, ਸਮੋਲਰ ਹੈ, ਤਾਂ ਇਹਦਾ ਮਤਲਬ ਰੈਜ਼ਿਸਟੈਂਸ ਕੀ ਹੋਊਗੀ, ਜ਼ਿਆਦਾ ਹੋਊਗੀ। ਸੋ ਇਨ ਦ ਬੋਥ ਕੇਸਿਸ ਬੇਟਾ ਕੰਡਕਟਰ B is having more resistance। So now next is the ਬੇਟੇ derivation of Ohm's law using the concept of drift velocity। ਬੇਟੇ ਇਹ ਵਾਲਾ ਜਿਹੜਾ concept ਹੈ very important ਹੈ, ਠੀਕ ਹੈ। ਜਨਰਲੀ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ, 2 ਮਾਰਕ ਦੇ ਵਿੱਚ ਕੁਐਸਚਨ ਆ ਸਕਦਾ ਹੈ ਕਿ ਡਿਰਾਈਵ ਕਰੋ Ohm's law ਨੂੰ ਬਾਈ ਯੂਜ਼ਿੰਗ ਦਾ concept of drift velocity। ਹੁਣ ਰਾਜੇ ਦੇਖੋ ਇਹਦੇ ਵਿੱਚ ਕੀ ਕਰਨਾ ਹੈ, ਆਪਾਂ Ohm's law ਨੂੰ ਡਿਰਾਈਵ ਕਰਨਾ ਹੈ, V equals to IR ਕਰਨਾ ਹੈ, ਠੀਕ ਹੈ। V ਨੂੰ I ਦੇ ਪ੍ਰਪੋਰਸ਼ਨਲ ਕਰਨਾ ਹੈ। ਕਰਨਾ ਕੀ ਹੈ ਯੂਜ਼ ਰਾਜੇ, ਡ੍ਰਿਫਟ ਵੈਲੋਸਿਟੀ, ਠੀਕ ਹੈ ਜੀ। ਹੁਣ ਰਾਜੇ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਆਈ ਦਾ ਕੀ ਐਕਸਪ੍ਰੈਸ਼ਨ ਸੀਗਾ ਬੇਟੇ, ਆਪਾਂ ਫਾਈਂਡ ਆਊਟ ਕਰ ਚੁੱਕੇ ਹਾਂ, NAEVT। ਹੁਣ ਇੱਥੇ VD ਕੀ ਹੈ ਬੇਟੇ, ਡ੍ਰਿਫਟ ਵੈਲੋਸਿਟੀ ਹੈ। ਡ੍ਰਿਫਟ ਵੈਲੋਸਿਟੀ ਦੀ ਵੈਲਿਊ ਵੀ ਆਪਾਂ ਪਹਿਲਾਂ ਫਾਈਂਡ ਕਰ ਲਈ ਸੀਗੀ, ਉਹਨੂੰ ਇੱਥੇ ਪੁੱਟ ਕਰ ਦਾਂਗੇ ਰਾਜੇ VD ਦੀ ਵੈਲਿਊ ਨੂੰ। ਫਿਰ ਇੱਥੋਂ ਆਪਾਂ ਕੀ ਕਰ ਲਾਂਗੇ, Ohm's law ਨੂੰ ਡਿਰਾਈਵ ਕਰ ਲਾਂਗੇ। ਤਾਂ ਇਸ ਨੂੰ ਡਿਰਾਈਵ ਕਰਨ ਲਈ ਆਪਾਂ ਕੀ ਕੰਸੀਡਰ ਕੀਤਾ, ਇੱਕ ਕੰਡਕਟਰ ਹੈ ਜਿਸ ਦੀ ਲੈਂਥ L ਹੈ ਬੇਟਾ, ਏਰੀਆ ਆਫ ਕ੍ਰੋਸ ਸੈਕਸ਼ਨ A ਹੈ, ਉਹਦੇ ਵਿੱਚ ਨੰਬਰ ਆਫ ਇਲੈਕਟ੍ਰੋਨਸ ਪਰ ਯੂਨਿਟ ਵੋਲਿਊਮ ਕਿੰਨੇ ਨੇ ਰਾਜੇ, N ਨੇ। ਹੁਣ ਰਾਜੇ ਉਸੇ ਕੰਡਕਟਰ ਦੇ ਉੱਤੇ ਆਪਾਂ ਪੋਟੈਂਸ਼ੀਅਲ ਡਿਫਰੈਂਸ ਨੂੰ ਅਪਲਾਈ ਕੀਤਾ। ਅਪਲਾਈ ਹੋਣ ਤੋਂ ਬਾਅਦ ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਊਗਾ ਰਾਜੇ, ਉਹ ਕੀ ਹੋਇਆ EY E ਇਕੁਅਲਸ ਟੂ V/L। ਹੁਣ V ਕੀ ਹੈ ਬੇਟੇ, ਵੈਲੋਸਿਟੀ ਹੈ। ਡ੍ਰਿਫਟ ਵੈਲੋਸਿਟੀ ਸਾਨੂੰ ਪਤਾ ਰਾਜੇ ਕੀ ਹੁੰਦਾ, E τ/m। ਇਸ ਨੂੰ ਬੇਟੇ ਕੀ ਕੀਤਾ ਸੀ, ਇੱਥੇ ਪੁੱਟ ਕਰਤਾ, ਠੀਕ ਹੈ ਜੀ।
ਤਾਂ ਇੱਥੋਂ ਆਪਾਂ v ਦੀ ਅਗਰ ਵੈਲਿਊ ਕੱਢਾਂਗੇ ਰਾਜੇ ਤਾਂ ਸਾਡੇ ਕੋਲ ਕੀ ਆ ਜਾਊਗਾ, ਇਹ vd ਦੀ ਵੈਲਿਊ ਨੂੰ ਪੁੱਟ ਕਰਕੇ ਆਪਣੇ ਕੋਲ ਐਕਸਪ੍ਰੈਸ਼ਨ ਹੈ ਜਿਹੜਾ ਇਹ ਵਾਲਾ ਆ ਜਾਊਗਾ। ਠੀਕ ਹੈ ਜੀ, ਯੂਜ਼ਿੰਗ ਇਕੁਏਸ਼ਨ 1 ਆਪਾਂ e ਦੀ ਵੈਲਿਊ ਨੂੰ ਇੱਥੇ ਪੁੱਟ ਕਰਤਾ। e ਕੀ ਹੈ ਬੇਟੇ, v/l ਹੈ ਨਾ, v ਦੀ ਆਪਾਂ ਨੂੰ ਇਹ ਪਤਾ ਸੀਗਾ, ਇਸ ਦੇ ਵਿੱਚ e ਨੂੰ ਆਪਾਂ ਕੀ ਪੁੱਟ ਕਰਤਾ ਬੇਟੇ, v/l, ਦੈਨ ਵੀ ਵਿਲ ਗੈਟ ਦਾ ਇਕੁਏਸ਼ਨ ਨੰਬਰ 2। ਹੁਣ ਰਾਜੇ i = NaVd ਆਪਾਂ ਲੈ ਲਿਆ। ਹੁਣ ਇਸ ਦੇ ਵਿੱਚ ਆਪਾਂ vd ਦੀ ਵੈਲਿਊ ਨੂੰ ਸਬਸਟੀਟਿਊਟ ਕਰਾਂਗੇ। ਹੁਣ ਰਾਜੇ ਇੱਥੇ ਆਪਾਂ vd ਦੀ ਵੈਲਿਊ ਨੂੰ ਪੁੱਟ ਕੀਤਾ, ਸਾਰੀਆਂ ਟਰਮਸ ਨੂੰ ਬੇਟੇ ਅੰਦਰ ਬ੍ਰੈਕਟ ਦੇ ਵਿੱਚ ਲੈ ਲਿਆ, v ਨੂੰ ਬਾਹਰ ਲੈ ਲਿਆ। ਇਹ ਸਾਰੀ ਹੋਲ ਟਰਮ ਨੂੰ ਇਸ ਨੂੰ ਕੀ ਕੀਤਾ, v ਹੈ ਬੇਟੇ ਇੱਥੇ, i ਨੂੰ ਇੱਧਰ ਲੈ ਆਏ, ਇਹ ਹੋਲ ਟਰਮ ਨੂੰ ਆਪਾਂ ਅਨਦਰ ਸਾਈਡ 'ਤੇ ਲੈ ਲਿਆ। ਤਾਂ ml ਨੀਚੇ ਸੀ ਬੇਟੇ, ਉੱਧਰ ਜਾ ਕੇ ਕੀ ਆ ਜਾਊਗਾ ਉੱਪਰ, ਤਾਂ ਇਹ ਜਿਹੜਾ ਰੈਸੀਪ੍ਰੋਕਲ ਹੋ ਜਾਊਗਾ ਟਰਮ ਦਾ। ਤਾਂ ਹੁਣ ਇਹ ਸਾਰੀ ਟਰਮ ਨੂੰ ਬੇਟੇ ਅਸੀਂ r ਪੁੱਟ ਕਰ ਲਿਆ, ਵਿਚ ਇਜ਼ ਅ ਕੌਨਸਟੈਂਟ ਹੈ। ਤਾਂ ਆਪਣੇ ਕੋਲ ਦੇਖੋ v = i ਇੱਧਰ ਚਲਾ ਜਾਊਗਾ ਰਾਜੇ, i × r ਆ ਜਾਊਗਾ। ਸੋ ਦਿਸ ਇਜ਼ ਓਮਸ ਲੋ। ਹੁਣ ਇੱਕ ਚੀਜ਼ ਰਹਿ ਗਈ ਰਾਜੇ, ਇਸ ਸਾਰੀ ਕੁਆਂਟਿਟੀ ਨੂੰ ਅਸੀਂ r ਕਿਉਂ ਪੁੱਟ ਕੀਤਾ, ਕਿਉਂਕਿ r ਕੀ ਹੈ ਬੇਟੇ, ਆਪਾਂ ਪਹਿਲਾਂ ਕਰਕੇ ਆਏ ਹਾਂ ਕਿ r ਇਜ਼ ਅ ਕੌਨਸਟੈਂਟ ਆਫ ਪ੍ਰੋਪੋਰਸ਼ਨੈਲਿਟੀ। ਤਾਂ ਉਹ ਵੈਲਿਊਜ਼ ਜਿਨ੍ਹਾਂ ਦੀ, ਉਹ ਟਰਮਸ ਜਿਨ੍ਹਾਂ ਦੀਆਂ ਵੈਲਿਊਜ਼ ਕੌਨਸਟੈਂਟ ਹੋਣਗੀਆਂ, ਆਪਾਂ ਉਹ ਸਾਰਿਆਂ ਨੂੰ ਕੀ ਪੁੱਟ ਕਰਤਾ, ਇੱਕ ਅਨਦਰ ਕੌਨਸਟੈਂਟ ਪੁੱਟ ਕਰਤਾ। ਕਿਉਂਕਿ ਬੇਟੇ m l ਸਾਰੀਆਂ ਕੁਆਂਟਿਟੀਜ਼ ਨੂੰ ਦੇਖੋ, ਹਰ ਇੱਕ ਕੁਆਂਟਿਟੀ ਦੀ ਵੈਲਿਊ ਬੇਟੇ ਕੌਨਸਟੈਂਟ ਹੈ, ਇਸ ਕਰਕੇ ਹੋਲ ਟਰਮ ਨੂੰ ਅਸੀਂ ਇੱਕ ਨਿਊ ਕੌਨਸਟੈਂਟ ਦਾ ਨੇਮ ਦਿੱਤਾ, ਦੈਟ ਇਜ਼ r। ਤਾਂ ਇਨ ਦਿਸ ਮੈਨਰ ਬੇਟੇ ਅਸੀਂ ਕੀ ਕੀਤਾ, ਡਿਰਾਈਵ ਕਰ ਲਿਆ ਓਮਸ ਲਾਅ ਨੂੰ।